सतनाम। धन वाहिगुरु साहिब जी। दस्तगीर होए पंज पीर, हर गुर हर गोबिंद अतुला। दीन दुनीदा पातशाह, पातशाह पातशाह अडुला। सा धरती पई हरियावली, जिथे मेरा सतगुर बैठा आए। से जंत पए हरियावले, जिनी मेरा सतगुर देखिया जाए। धन धन पिता धन धन कुल, धन धन सो जननी, जिन गुरु जनिया माए। धन धन गुरु जिन नाम आराध्या, आप तरिया जिनी डिठा तिना लय छड़ाए। हर सतगुर मिलो दया कर, जन नानक धोवे पाए। हर सतगुर मिलो दया कर, जन नानक धोवे पाए। परम सत्कारयोग सतगुरां दी साजी नवाजी गुरु रूप गुरु प्यारी साध संगत जीओ। मीरी पीरी दे मालिक छेवें पातशाह धन धन साहिब श्री गुरु हरगोबिंद सिंह महाराज जी, तिन्हां दा अज पावन पवित्र आगमन गुरपुरब है। आप समूह संतां नूं सतगुरां दे पावन प्रकाश गुरपुरब दीआं बहुत बहुत वधाइयां होण। अज आपां सतगुरां दे पावन इतिहास ते गुरमत विचारां दे नाल सांझ पावांगे। आओ मन बिरतियां नूं इकागर करदियां होइया गुरु साहिब जी वल्लों बख्शिश कीती हुई प्यार भरी असीस गुरु फतेह नाल सांझ पाइए। कोई भी रसना फतेह तो बाजी ना रहे। सारे आखो जी वाहिगुरु जी का खालसा, वाहिगुरु जी की फतेह। मानवता के हितकारी जगत गुरु गुरु नानक साहिब महाराज जी वालों चलाई हुई सिक्खी लहर के अंदर एक नवा मोड़ लेके आने वाले दीन दुनिया के पातशाह मीरी पीरी के मालिक धन गुरु हरगोबिंद सिंह महाराज जी का पावन प्रकाश पिंड बिडाली जो अमृतसर साहिब के लागे है। गुरु पिता धन गुरु अर्जन सिंह महाराज अति माता गंगा जी की कुख चो
19 ਜੂਨ 1595 ਅੰਦਰ ਸਤਿਗੁਰਾਂ ਦਾ ਆਗਮਨ ਹੋਇਆ। ਸਤਿਗੁਰਾਂ ਦੇ ਆਗਮਨ ਤੋਂ ਉਪਰੰਤ ਇੱਕ ਘਰ ਦੇ ਅੰਦਰ ਹੀ ਜੋ ਵੈਰ ਪਾਲ ਕੇ ਬੈਠਾ ਹੋਇਆ ਸੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵੱਡਾ ਭਰਾਤਾ ਪ੍ਰਿਥੀ ਚੰਦ, ਸਤਿਗੁਰਾਂ ਦੇ ਪ੍ਰਕਾਸ਼ ਤੋਂ ਉਹ ਬੜਾ ਦੁਖੀ ਹੋਇਆ। ਜਿੱਥੇ ਸੰਗਤਾਂ ਦੇ ਮਨ ਵਿੱਚ ਅਥਾਹ ਪ੍ਰੇਮ ਸੀ, ਸੰਗਤਾਂ ਦੇ ਮਨ ਵਿੱਚ ਖੁਸ਼ੀ ਸੀ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ, ਪਰ ਦੂਸਰੇ ਪਾਸੇ ਪ੍ਰਿਥੀ ਚੰਦ ਦੇ ਮਨ ਅੰਦਰ ਬੜਾ ਦੁੱਖ ਪੈਦਾ ਹੋਇਆ। ਬੜੀ ਉਸ ਦੇ ਅੰਦਰ ਈਰਖਾ ਤੇ ਨਫ਼ਰਤ ਵਧੀ। ਉਸ ਦੁੱਖ ਦਾ ਕਾਰਨ ਇਹ ਸੀ ਕਿ ਪਹਿਲਾਂ ਪ੍ਰਿਥੀ ਚੰਦ ਗੁਰਤਾ ਗੱਦੀ ਦੀ ਪ੍ਰਾਪਤੀ ਕਰਨੀ ਚਾਹੁੰਦਾ ਸੀ, ਪਰ ਉਸ ਕਾਰਜ ਵਿੱਚ ਉਹ ਸਫਲ ਨਾ ਹੋ ਸਕਿਆ। ਹੁਣ ਇਸ ਆਸ ਤੇ ਬੈਠ ਗਿਆ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੇ ਘਰ ਕੋਈ ਪੁੱਤਰ ਨਹੀਂ ਹੈਗਾ ਤੇ ਮੇਰੇ ਪੁੱਤਰ ਮਿਹਰਬਾਨ ਨੂੰ ਹੁਣ ਗੱਦੀ ਮਿਲੇਗੀ, ਮੇਰਾ ਪੁੱਤਰ ਗੁਰੂ ਬਣੇਗਾ। ਹੁਣ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਹੈ ਤੇ ਪ੍ਰਿਥੀ ਚੰਦ ਦੀਆਂ ਸਾਰੀਆਂ ਆਸਾਵਾਂ ਤੇ ਪਾਣੀ ਫਿਰ ਜਾਂਦਾ ਹੈ। ਉਹ ਕੁਝ ਹੋਰ ਆਸ ਲਾ ਕੇ ਬੈਠਾ ਸੀ, ਪਰ ਹੋ ਕੁਝ ਹੋਰ ਗਿਆ। ਇਤਿਹਾਸਕਾਰ ਲਿਖਦੇ ਨੇ ਕਿ ਉਸਦੀ ਈਰਖਾ ਇੰਨੀ ਵਧੀ, ਨਫ਼ਰਤ ਇੰਨੀ ਵਧੀ ਕਿ ਬਚਪਨ ਦੇ ਅੰਦਰ ਹੀ ਛੇਵੇਂ ਪਾਤਸ਼ਾਹ ਜੀ ਨੂੰ ਖਤਮ ਕਰਨ ਵਾਸਤੇ ਉਸਨੇ 3 ਵਾਰ ਕੀਤੇ। ਪਿੰਡ ਬਿਡਾਰੀ ਵਿਖੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਬਚਪਨ ਵਿੱਚ ਜਦੋਂ ਆਗਮਨ ਹੁੰਦਾ ਹੈ, ਹਜੇ ਪਿੰਡ ਬਡਾਲੀ ਨੇ, ਸਭ ਤੋਂ ਪਹਿਲਾਂ ਇਹ ਦਾਈ ਨੂੰ ਭੇਜਦਾ ਹੈ ਕਿ ਤੂੰ ਥਣਾ ਤੇ ਜ਼ਹਿਰ ਲਾ ਕੇ ਜਾ ਅਤੇ ਬੱਚੇ ਨੂੰ ਦੁੱਧ ਪਿਆਈ, ਇਸ ਦੇ ਬਹਾਨੇ ਬੱਚੇ ਦੀ ਮੌਤ ਹੋ ਜਾਏਗੀ। ਪਰ ਹੋਇਆ ਉਲਟ, ਉਸ ਦਾਈ ਤੇ ਹੀ ਉਸ ਜ਼ਹਿਰ ਦਾ ਅਸਰ ਹੋ ਗਿਆ। ਪਰ ਜਦੋਂ ਮੌਤ ਹੋਣ ਲੱਗੀ, ਉਸਨੇ ਪ੍ਰਿਥੀ ਚੰਦ ਦੀ ਇਹ ਸਾਰੀ ਕਰਤੂਤ ਦੱਸ ਦਿੱਤੀ। ਪ੍ਰਿਥੀ ਚੰਦ ਦਾ ਇਹ ਵੀ ਜਿਹੜਾ ਯਤਨ ਸੀ ਖਤਮ ਕਰਨ ਵਾਸਤੇ, ਛੇਵੇਂ ਪਾਤਸ਼ਾਹ ਜੀ ਨੂੰ ਬਚਪਨ ਵਿੱਚ, ਇਹਦੇ ਵਿੱਚ ਉਸ ਨੂੰ ਸਫਲਤਾ ਨਹੀਂ ਮਿਲੀ। ਇਹ ਵਾਰ ਵੀ ਖਾਲੀ ਚਲਾ ਗਿਆ। ਹੁਣ ਦੂਸਰਾ ਵਾਰ ਉਸਨੇ ਕੀਤਾ ਕਿ ਇੱਕ ਸਪੇਰੇ ਨੂੰ ਭੇਜਦਾ ਹੈ ਕਿ ਤੂੰ ਸੱਪ ਲੈ ਜੀ ਤੇ ਜਿੱਥੇ ਬਾਲਕ ਹਰਗੋਬਿੰਦ ਖੇਡਦਾ ਹੋਵੇਗਾ ਤਾਂ ਉਸ ਦੇ ਲਾਗੇ ਸੱਪ ਛੱਡ ਦੇਵੀਂ ਤੇ ਸੱਪ ਡਸ ਜਾਏਗਾ, ਬਾਲਕ ਦੀ ਮੌਤ ਹੋ ਜਾਏਗੀ। ਪਰ ਜਦੋਂ ਸਪੇਰਾ ਉੱਥੇ ਪਹੁੰਚਿਆ ਹੈ, ਉਸਨੇ ਸੱਪ ਛੱਡਿਆ ਹੈ ਤੇ ਸਿੱਖ ਸੰਗਤਾਂ ਨੇ ਦੇਖ ਲਿਆ, ਰੌਲਾ ਪੈ ਗਿਆ, ਸਪੇਰੇ ਨੂੰ ਫੜ ਲਿਆ ਗਿਆ। ਪੁੱਛਣ ਤੇ ਉਸਨੇ ਵੀ ਪ੍ਰਿਥੀ ਚੰਦ ਦਾ ਜਿਹੜਾ ਪਰਦਾ ਸੀ ਉਹ ਫਾਸ਼ ਕਰ ਦਿੱਤਾ। ਇੰਨੀ ਈਰਖਾ, ਇੰਨੀ ਨਫ਼ਰਤ ਅੰਦਰ। ਇਸ ਤੋਂ ਬਾਅਦ ਇੱਕ ਖੜਾਵੇ ਨੂੰ ਭੇਜਿਆ ਹੈ। ਫਿਰ ਬਾਦਸ਼ਾਹ ਵਡਾਲੀ ਦੀ ਧਰਤੀ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ ਨੇ, ਪਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪ੍ਰਿਥੀ ਚੰਦ ਦੇ ਖੜਾਵੇ ਨੂੰ ਭੇਜਦਾ ਹੈ ਕਿ ਤੁਸੀਂ ਖੜਾਉਣ ਦੇ ਬਹਾਨੇ ਤੁਸੀਂ ਬਾਲਕ ਦੇ ਦੁੱਧ ਵਿੱਚ ਜ਼ਹਿਰ ਪਾ ਕੇ ਜਾਂ ਦਹੀਂ ਵਿੱਚ ਜ਼ਹਿਰ ਪਾ ਕੇ ਤੁਸੀਂ ਉਹਨਾਂ ਨੂੰ ਖਵਾ ਦਿਓ। ਖੜਾਵੇ ਨੇ ਕੀ ਕੀਤਾ? ਦਹੀਂ ਵਿੱਚ ਜ਼ਹਿਰ ਪਾਇਆ, ਪਰ ਖਵਾਉਣ ਦਾ ਯਤਨ ਕਰਦਾ ਹੈ ਬਾਲਕ ਜੀ ਨੂੰ, ਪਰ ਬਾਲਕ ਜੀ ਖਾ ਨਹੀਂ ਰਹੇ। ਰੋਣ ਲੱਗ ਪਏ,
ਮਾਤਾ ਜੀ, ਮਾਤਾ ਗੰਗਾ ਜੀ, ਗੁਰੂ ਅਰਜਨ ਪਾਤਸ਼ਾਹ ਜੀ ਆ ਗਏ। ਉਸ ਦਹੀਂ ਨੂੰ ਪਾਸੇ ਕਰ ਦਿੱਤਾ, ਉਹ ਦਹੀਂ ਡੁੱਲ ਗਿਆ ਕਿਉਂਕਿ ਕਿਸੇ ਬਿੱਲੀ ਨੇ ਜਦੋਂ ਆ ਕੇ ਖਾਧਾ ਤੇ ਉਸ ਦੀ ਮੌਤ ਹੋ ਗਈ। ਤੇ ਜਦੋਂ ਪੜਚੋਲ ਹੋਈ, ਪਤਾ ਲੱਗਾ ਕਿ ਇਸ ਦੇ ਦਹੀਂ ਦੇ ਵਿੱਚ ਜ਼ਹਿਰ ਸੀ। ਉਸ ਖਿਡਾਵੇ ਨੂੰ ਫੜਿਆ ਗਿਆ। ਉਸਨੇ ਵੀ ਅਖੀਰਲੀ ਵਾਰੀ ਪਰਦਾਫਾਸ਼ ਕਰ ਦਿੱਤਾ ਕਿ ਕਰਤੂਤ ਵੀ ਪ੍ਰਿਥੀ ਚੰਦ ਦੀ ਹੈ। ਹੁਣ 3 ਵਾਰ ਬਚਪਨ ਦੇ ਅੰਦਰ ਸਤਿਗੁਰਾਂ ਨੂੰ ਖਤਮ ਕਰਨ ਵਾਸਤੇ ਪ੍ਰਿਥੀ ਚੰਦ ਵੱਲੋਂ ਸਕੇ ਭਤੀਜੇ ਨੂੰ ਮਾਰਨ ਵਾਸਤੇ ਇਹ 3 ਵਾਰ ਕੀਤੇ ਗਏ, ਪਰ 3 ਵਾਰ ਉਸਦੇ ਅਸਫਲ ਹੋਏ। 3 ਵਾਰਾਂ ਵਿੱਚ ਉਸ ਨੂੰ ਸਫਲਤਾ ਨਹੀਂ ਮਿਲੀ। ਇਹ ਅੰਦਰ ਦੀ ਈਰਖਾ, ਨਫ਼ਰਤ ਇਨਸਾਨ ਨੂੰ ਕਿੱਥੋਂ ਤੱਕ ਡੇਗ ਦਿੰਦੀ ਹੈ। ਕਿੰਨਾ ਇਨਸਾਨ ਈਰਖਾ ਵਿੱਚ, ਨਫ਼ਰਤ ਵਿੱਚ ਆ ਕੇ ਡਿੱਗ ਪੈਂਦਾ ਹੈ, ਉਸਦਾ ਕੋਈ ਹੱਦ ਬੰਨਾ ਨਹੀਂ। ਲਾਲਚ ਇਨਸਾਨ ਨੂੰ, ਲੋਭ ਇਨਸਾਨ ਨੂੰ ਇੰਨਾ ਨੀਵਾਂ ਡੇਗ ਦਿੰਦਾ ਹੈ। ਲੋਭੀ ਜੰਤ ਨਾ ਜਾਣੀ ਭਖ ਅਭਖ ਸਭ ਖਾਏ। ਪ੍ਰਿਥੀ ਚੰਦ ਅੰਦਰ ਗੁਰੂ ਬਣਨ ਦਾ, ਗੱਦੀ ਦਾ, ਮਾਇਆ ਦਾ ਇੰਨਾ ਲੋਭ ਅਤੇ ਲਾਲਚ ਹੈ। ਉਸ ਲੋਭ ਲਾਲਚ ਨੇ ਇੰਨਾ ਦੇਖ ਦਿੱਤਾ, ਅੱਖਾਂ ਤੇ ਇੰਨਾ ਪਰਦਾ ਪਾ ਦਿੱਤਾ ਕਿ ਮੈਂ ਆਪਣੇ ਭਤੀਜੇ ਨੂੰ ਹੀ, ਸਕੀ ਭਤੀਜੇ ਨੂੰ ਮੈਂ ਵਾਰ-ਵਾਰ ਮਾਰਨ ਦਾ ਯਤਨ ਕਰ ਲਿਆ। ਲੋਭੀ ਇਨਸਾਨ ਇੰਨਾ ਨੀਵਾਂ ਡਿੱਗਦਾ ਹੈ। ਇਸ ਕਰਕੇ ਪਾਤਸ਼ਾਹ ਆਖਦੇ ਨੇ, ਲੋਭੀ ਕਾ ਵਿਸਾਨਾ ਕੀਜੈ ਜੇਕਾ ਪਾਰ ਵਸਾਏ। ਅੰਤ ਕਾਲ ਕਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਇਹ ਭਾਈ ਲੋਭੀ ਇਨਸਾਨ ਦਾ, ਭਾਵੇਂ ਉਹ ਸਕਈ ਕਿਉਂ ਨਹੀਂ, ਪਰ ਜਿਸ ਦੇ ਅੰਦਰ ਲੋਭ ਹੈ ਉਸ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਹੁਣ ਇਸ ਤੋਂ ਅੱਗੇ ਬਚਪਨ ਵਿੱਚ ਹੀ ਨੇ ਪਾਤਸ਼ਾਹ ਹਜੇ, ਤੇ ਲਾਹੌਰ ਦੀ ਧਰਤੀ ਤੇ ਕਾਲ ਪੈ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਪੂਰੇ ਪਰਿਵਾਰ ਨਾਲ, ਮਾਤ ਗੰਗਾ ਜੀ, ਬਾਲਕ ਹਰਗੋਬਿੰਦ ਸਾਹਿਬ ਜੀ ਅਤੇ ਸਿੱਖ ਸੰਗਤਾਂ ਦੇ ਨਾਲ ਲਾਹੌਰ ਦੀ ਧਰਤੀ ਤੇ ਜਾ ਕੇ ਕਾਲ ਪੀੜਤਾਂ ਦੀ ਸੇਵਾ ਕਰਦੇ। ਛੂਤ-ਛਾਤ ਦੀ ਬਿਮਾਰੀ ਸੀ, ਉੱਥੇ ਹਰ ਪ੍ਰਕਾਰ ਦੀ ਸੇਵਾ, ਲੰਗਰ ਦਾ, ਦਵਾ ਦਾਰੂ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ। 8 ਮਹੀਨੇ ਲਗਾਤਾਰ ਗੁਰੂ ਪਾਤਸ਼ਾਹ ਉਸ ਕਾਲ ਪੀੜਤਾਂ ਦੀ ਸੇਵਾ ਲਾਹੌਰ ਦੀ ਧਰਤੀ ਤੇ ਕਰਦੇ ਨੇ। ਦਸਵੰਧ ਦੀ ਮਾਇਆ ਉੱਥੇ ਖਰਚ ਕਰਦੇ ਨੇ। ਹੁਣ ਉਸ ਸੇਵਾ ਦੇ ਦੌਰਾਨ ਜਿਹੜੀ ਛੂਤ-ਛਾਤ ਦੀ ਬਿਮਾਰੀ ਸੀ, ਕਾਲ ਪਿਆ ਹੋਇਆ ਸੀ, ਲੋਕਾਂ ਨੂੰ ਬਿਮਾਰੀ ਲੱਗੀ ਹੋਈ ਸੀ, ਉਹ ਸੇਵਾ ਕਰਦਿਆਂ ਹੋਇਆਂ ਜਦੋਂ ਵਾਪਸ ਆਏ ਨੇ, ਉਸ ਦਾ ਅਸਰ ਬਾਲਕ ਹਰਗੋਬਿੰਦ ਜੀ ਤੇ ਹੋ ਗਿਆ। ਚੇਚਕ ਦੀ ਬਿਮਾਰੀ ਲੱਗ ਗਈ। ਚੇਚਕ ਦੀ ਬਿਮਾਰੀ ਬੜੀ ਖਤਰਨਾਕ ਹੈ। ਇਹ ਰੂਪ ਵਿਗਾੜ ਦਿੰਦੀ ਹੈ ਜਾਂ ਕੋਈ ਅੰਗ ਮਾਰ ਦਿੰਦੀ ਹੈ। ਹੁਣ ਬਚਪਨ ਅੰਦਰ ਇਹ ਬਿਮਾਰੀ ਲੱਗੀ ਤੇ ਜਿਹੜੇ ਵਹਿਮੀ ਤੇ ਭਰਮੀ ਲੋਕ ਸਨ, ਉਹ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਇਹ ਚੇਚਕ ਬਿਮਾਰੀ, ਇਹ ਚੇਚਕ ਮਾਤਾ ਹੈ। ਭਰਮੀ ਲੋਕ ਸਨ, ਪਰ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਮਾਤਾ ਨਹੀਂ। ਮਾਤਾ ਆਪਣੇ ਬੱਚੇ ਨੂੰ ਦੁੱਖ ਨਹੀਂ ਦੇ ਸਕਦੀ। ਕੋਈ ਐਸੀ ਵੀ ਮਾਤਾ ਹੈ ਜੋ ਆਪਣੇ ਬੱਚੇ ਨੂੰ ਦੁਖੀ ਕਰੇ? ਨਹੀਂ ਭਾਈ, ਇਹ ਕੋਈ ਮਾਤਾ ਨਹੀਂ, ਇਹ ਕੋਈ ਦੇਵੀ ਨਹੀਂ, ਅਸਲ ਵਿੱਚ ਬਿਮਾਰੀ ਹੈ। ਕਿ ਗੁਰੂ ਪਾਤਸ਼ਾਹ ਜੀ ਨੇ ਵੈਦਾਂ ਤੋਂ ਇਸ ਬਿਮਾਰੀ ਦਾ ਸਤਿਗੁਰਾਂ ਨੇ ਇਲਾਜ ਕਰਵਾਇਆ। ਬਾਲਕ ਜੀ ਪੂਰਨ ਤੌਰ ਤੇ ਤੰਦਰੁਸਤ ਹੋ ਗਏ। ਇਸ ਤੋਂ ਅੱਗੇ ਹੋਰ ਉਮਰ ਵਧੀ ਤੇ ਪਾਤਸ਼ਾਹ ਜੀ ਨੇ ਸ਼ਾਸਤਰ ਅਤੇ ਸ਼ਾਸਤਰ ਦੀ ਵਿਦਿਆ, ਇਹਨਾਂ ਦੋਨਾਂ ਵਿਦਿਆ ਦੇ ਅੰਦਰ ਨਿਪੁੰਨ ਕਰਵਾਇਆ। ਸਤਿਕਾਰਯੋਗ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਤਿੰਨਾਂ ਦੀ ਨਿਗਰਾਨੀ ਹੇਠ
गुरमुखी का ज्ञान, गुरु इतिहास गुरबाणी का ज्ञान, धार्मिक साहित्य का ज्ञान सत्कारयोग बाबा बुढ़ा जी ने, भाई गुरदास जी ने दिता। अते नाल दी नाल शस्त्र विद्या के अंदर भी, चाहे वो तलवारबाजी है, चाहे घोड़सवारी है, चाहे तीर अंदाजी है, चाहे नेजाबाजी है, जिहड़े शास्त्र दे सारे शस्त्रां दे सारे जिहड़े गुण ने उन्होंने अंदर बचपन में ही निपुण किया। धार्मिक ज्ञान भी, संसार का ज्ञान भी, शस्त्रां का ज्ञान भी, जंग विद्या के सारे करतब सतगुरा ने 6-7 साल की उम्र अंदर बचपन में ही इन्हां सारे गुणां नूं धारण कर लिया सी। हुण इस तो समा अगे आउंदा है, उम्र वड्डी हुंदी है। दूसरे पासे हिंदुस्तान देश भारत के तखत के उत्ते जहांगीर बैठता है, जो बड़ी कट्टर सोच का आदमी है, जो इस्लाम का बोलबाला चारे पासे चाहता है। तो उसके कान भरन वाले शेख अहमद सरहंदी, मुर्तजा खान वर्गे जिन्हां ने इस मनसा के नाल जहांगीर को तख्त ते बिठाया कि तू तख्त ते बैठ के इस्लाम का बोलबाला इस देश के अंदर करेगा, दूसरिया कौमां नूं तू इस्लाम के अंदर लैके आएगा, जे कोई ना आए तो तू धक्का भी कर सकना है, जुल्म भी करके तू दूसरिया इस्लाम के अंदर लैके तू आना है। ये वादा करके तू शेख अहमद सरहंदी मुर्तजा खान के नाल वादा करके तख्त ते बैठा। सोच बड़ी उसकी कट्टड़ है। ते दूसरे पासे दी 11 साल की उम्र है बालक हरगोबिंद साहब जी की। समा 1606 का आ गया। हुण सतगुरु गुरु अर्जन पातशाह महाराज शहादत का जाम पीण वास्ते लाहौर जाने की तैयारी कर रहे हैं। जागिर का हुक्म आ गया कि यासा कानून के हेठ गुरु अर्जन पातशाह जी को शहीद कर दिता जाए। शहीदी के कारण असी पिछे जो शहादत वाला दिन गुजरिया है उसके अंदर डिटेल अंदर गुरु अर्जन पातशाह जी की शहादत आप अनुसार की है। शहादत का विषय वखरा है। हुण पातशाह जान तो पहला 6 साल की उम्र अंदर गुरता गद्दी 6वें पातशाह गुरु हरगोबिंद सिंह महाराज जी को सौंपते हैं। गुरता गद्दी सौंप के सत्कारयोग बाबा बुढ़ा साहब जी ने गुरता गद्दी की जिहड़ी जिम्मेवारी है वो निभाई है। गुरु हरगोबिंद सिंह महाराज जी ने 6 साल की उम्र अंदर गुरता गद्दी ते बिठाया। इस तो बाद गुरु अर्जन पातशाह महाराज जी की शहीदी हुंदी है ते मुर्तजा खान वालों जहांगीर का हुक्म भी आया सी कि जिथे गुरु अर्जन पातशाह जी को शहीद करना है उत्थे इन्हां दे परिवार नूं बच्चियां नूं जिहड़ी धन दौलत है इसनूं भी अपनी गिरफ्त विच लेना है। पर हजे अद्धे हुक्म ते अमल होया है, परिवार की गिरफ्तारी नहीं हुई, धन दौलत जब्त नहीं की गई। हुण सतगुरु गुरु हरगोबिंद सिंह महाराज जी समय की नजाकत नूं देखदियां होया, समय का जिहड़ा माहौल है, वातावरण है, समय की नबज नूं देखदियां होया 1.5 साल का समा सतगुरु सच्चे पातशाह जी ने वडाली की धरती ते बतीत किया है। शांतमई पातशाह रहे, समय के माहौल वातावरण को देखदिया होया। हुण उस तो बाद समा बतीत हुंदा है, सबला समा
ਅਗਲੇਰਾ ਪੈਂਡਾ ਤੈਅ ਕਰਦਾ ਹੈ। ਹੁਣ ਦੋ ਹੀ ਰਾਹ ਨੇ ਪਾਤਸ਼ਾਹ ਜੀ ਦੇ ਸਾਹਮਣੇ ਕਿ ਜੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਇਸ ਕ੍ਰਾਂਤੀਕਾਰੀ ਲਹਿਰ ਨੂੰ ਅੱਗੇ ਲੈ ਕੇ ਜਾਣਾ ਹੈ, ਜਿਸ ਲਹਿਰ ਨੂੰ ਮਜ਼ਬੂਤ ਕਰਨਾ ਹੈ, ਫਿਰ ਉਹਦੇ ਵਾਸਤੇ ਹੁਣ ਸ਼ਸਤਰ ਚੁੱਕਣੇ ਪੈਣਗੇ। ਸ਼ਸਤਰਾਂ ਤੋਂ ਬਗੈਰ ਹੁਣ ਇਹ ਲਹਿਰ ਅੱਗੇ ਨਹੀਂ ਵੱਧ ਸਕੇਗੀ। ਜਾਂ ਇੱਕ ਹੋਰ ਰਸਤਾ ਹੈ ਕਿ ਆਰਾਮ ਨਾਲ ਬੈਠਿਆ ਜਾਏ, ਭਲੇ ਦਿਨ ਆਉਣ ਦੀ ਉਡੀਕ ਕੀਤੀ ਜਾਏ ਕਿ ਭਲੇ ਦਿਨ ਆਉਣਗੇ, ਤੇ ਜਾਂ ਫਿਰ ਸ਼ਸਤਰ ਚੁੱਕ ਕੇ ਜ਼ੁਲਮ ਤੇ ਜ਼ਬਰ ਦਾ ਮੁਕਾਬਲਾ ਕੀਤਾ ਜਾਏ। ਹੁਣ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਲਹਿਰ ਨੂੰ ਅੱਗੇ ਲਿਜਾਣ ਵਾਸਤੇ, ਇਸ ਲਹਿਰ ਨੂੰ ਮਜ਼ਬੂਤ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੱਥ ਵਿੱਚ ਸ਼ਸਤਰ ਲਏ ਤੇ ਪਾਤਸ਼ਾਹ ਜੀ ਨੇ ਉਸ ਤੋਂ ਬਾਅਦ 1609 ਅੰਦਰ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਉਸ ਸਮੇਂ ਥੜਾ ਬਣਾਇਆ। ਉਸ ਤੋਂ ਬਾਅਦ ਬਿਲਡਿੰਗ ਦੀ ਉਸਾਰੀ ਬਾਅਦ ਵਿੱਚੋਂ ਹੋਈ। ਸਤਿਗੁਰਾਂ ਨੇ ਤਖਤ ਤੇ ਬੈਠ ਕੇ, ਸਿੰਘਾਸਣ ਤੇ ਬੈਠ ਕੇ ਹੁਕਮਨਾਮੇ ਜਾਰੀ ਕੀਤੇ ਕਿ ਅੱਜ ਤੋਂ ਬਾਅਦ ਗੁਰੂ ਦਰਬਾਰ ਅੰਦਰ ਚੰਗੀ ਜਵਾਨੀ ਆਏ, ਚੰਗੇ ਘੋੜੇ, ਚੰਗੇ ਸ਼ਸਤਰ, ਇਹ ਚੀਜ਼ਾਂ ਹੁਣ ਗੁਰੂ ਦਰਬਾਰ ਅੰਦਰ ਆਉਣ ਤੇ ਜੋ ਇਹ ਚੀਜ਼ਾਂ ਲੈ ਕੇ ਆਉਣਗੇ, ਆਪਣੀ ਜਵਾਨੀ ਭੇਟ ਕਰਨਗੇ, ਘੋੜੇ, ਹਾਥੀ, ਸ਼ਸਤਰ, ਜੋ ਇਹ ਭੇਟਾਵਾਂ ਲੈ ਕੇ ਆਉਣਗੇ, ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਹੋਵੇਗੀ। ਜਦੋਂ ਇਹ ਹੁਕਮਨਾਮੇ ਸੁਣੇ ਤੇ ਨੌਜਵਾਨ ਗੱਭਰੂ ਸ਼ਸਤਰ ਲੈ ਕੇ ਗੁਰੂ ਦਰਬਾਰ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸਿੰਘਾਸਣ ਤੇ ਵਿਰਾਜਮਾਨ ਨੇ, ਸੀਸ ਤੇ ਕਲਗੀ ਲਾਉਂਦੇ ਨੇ, ਢਾਡੀ ਜੋਸ਼ੀਲੀਆਂ ਵਾਰਾਂ ਗਾਇਨ ਕਰਦੇ ਨੇ, ਆਤਮਿਕ ਤੌਰ ਤੇ ਅੰਦਰ ਹਿੰਮਤ ਭਰਦੇ ਨੇ, ਹੌਸਲਾ ਭਰਦੇ ਨੇ, ਅੰਦਰ ਦ੍ਰਿੜਤਾ ਪੈਦਾ ਕਰਦੇ ਨੇ, ਢਾਡੀ ਸਿੰਘਵਾਰਾ ਗਾਉਂਦੇ ਨੇ। ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਅਖਾੜੇ ਕਾਇਮ ਕੀਤੇ, ਕਬੱਡੀ, ਕੁਸ਼ਤੀ, ਸ਼ਸਤਰ ਵਿਦਿਆ ਦਾ ਅਭਿਆਸ, ਜਿਸ ਨੂੰ ਆਪਾਂ ਗੱਤਕਾ ਕਹਿੰਦੇ ਹਾਂ, ਇਹ ਮਰਿਆਦਾ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਆਰੰਭ ਕੀਤੀ ਹੈ। ਤੇ ਸਤਿਗੁਰਾਂ ਨੇ 52 ਸੂਰਮੇ ਉਸਤਾਦ ਉੱਥੇ ਨਿਯਤ ਕੀਤੇ ਨੇ। 52 ਸੂਰਮੇ ਜੋ ਪਾਤਸ਼ਾਹ ਜੀ ਦੇ ਅੰਗ ਰੱਖਿਅਕ ਵੀ ਸਨ ਅਤੇ ਉਹ ਆਏ ਹੋਏ ਗੱਭਰੂਆਂ ਨੂੰ ਟ੍ਰੇਨਿੰਗ ਵੀ ਦੇ ਰਹੇ ਸਨ। ਸਮੇਂ ਦੇ ਮਾਹੌਲ ਨੂੰ, ਸਮੇਂ ਦੀ ਨਬਜ਼ ਨੂੰ ਦੇਖਦਿਆਂ ਹੋਇਆਂ ਪਾਤਸ਼ਾਹ ਜੀ ਨੇ ਇਹ ਸਾਰੇ ਕਾਰਜ ਆਰੰਭ ਕੀਤੇ। ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੂੰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਵੀ ਧਾਰਨ ਕਰਵਾਈਆਂ। ਸਤਿਗੁਰਾਂ ਨੇ ਪਹਿਨੀਆਂ, ਇੱਕ ਮੀਰੀ ਦੀ, ਪੀਰੀ ਦੀ। ਹੁਣ ਮੀਰੀ ਤੇ ਪੀਰੀ ਦਾ ਜਿਹੜਾ ਫਲਸਫਾ ਹੈ ਬਹੁਤ ਵੱਡਾ ਹੈ, ਬੜਾ ਡੂੰਘਾ ਤੇ ਬੜਾ ਗਹਿਰਾ ਹੈ। ਮੀਰੀ ਤੋਂ ਬਿਨਾ ਪੀਰੀ ਨਹੀਂ ਚੱਲ ਸਕਦੀ, ਪੀਰੀ ਤੋਂ ਬਿਨਾ ਮੀਰੀ ਨਹੀਂ ਚੱਲ ਸਕਦੀ। ਹੁਣ ਪਹਿਲਾ ਜਿਹੜਾ ਯੁੱਗ ਸੀ ਉਹ ਗੁਰਬਾਣੀ ਦਾ ਯੁੱਗ ਸੀ, ਜਿਸ ਗੁਰਬਾਣੀ ਦੇ ਯੁੱਗ ਅੰਦਰ ਰਹਿ ਕੇ ਪਾਤਸ਼ਾਹ ਜੀ ਨੇ ਸ਼ਾਂਤਮਈ ਤਰੀਕੇ ਦੇ ਨਾਲ ਸੱਚ ਦਾ ਪ੍ਰਚਾਰ ਕੀਤਾ, ਅਰਬੀ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਸ਼ਾਂਤਮਈ ਰਹਿ ਕੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਦਿੱਤੀ, ਸ਼ਹਾਦਤ ਦਾ ਜਾਮ ਪੀਤਾ। ਗੁਰਬਾਣੀ ਯੁੱਗ, ਕੁਰਬਾਨੀ ਯੁੱਗ। ਉਸ ਤੋਂ ਬਾਅਦ ਇੱਕ ਨਵਾਂ ਮੋੜ, ਇੱਕ ਨਵਾਂ ਪਰਿਵਰਤਨ ਇਸ ਲਹਿਰ ਦੇ ਅੰਦਰ ਆਇਆ ਹੈ। ਉਹ ਹੁਣ ਯੁੱਗ ਆਇਆ ਹੈ ਸ਼ਸਤਰਾਂ ਦਾ। ਗੁਰਬਾਣੀ ਯੁੱਗ ਵੀ ਹੈ ਨਾਲ, ਕੁਰਬਾਨੀ ਯੁੱਗ ਵੀ ਹੈ। ਇਸ ਤਰ੍ਹਾਂ ਕਹਿ ਲਈਏ, ਪਹਿਲਾ ਅਪੀਲ
उस तो बाद दलील ते उस तो बाद फिर हथियार। गुरु नानक साहब जी ने अपील की है सच धर्म की। गुरु अर्जन पातशाह जी ने शांतमई रह के शहादत का जाम पी के दलील दी है, पर फिर भी जे जबर नहीं रोक रहा, जुल्म नहीं रोक रहा, धक्का ते बेइंसाफी नहीं रोक रही, उस तो बाद फिर अगला कदम पुट्टिया वो है कि हुण हाथ विच शमशीर लैनी पएगी, तेग लैनी पएगी। हुण तेग दे नाल सेवा की जाएगी। ये जुल्म अगे अपील भी की गई, दलील भी दी गई, पर फिर भी जे जुल्म नहीं रुक रहा तो हुण हाथ में शमशीर लैनी पएगी। शमशीर नाल हुण सेवा करनी पएगी मानवता की। हुण सतगुर सच्चे पातशाह जी ने दो किरपाना धारण कीतियां ने, मेरी ते पीरी दी। पीरी पहला सी, हुण पीरी दे उत्ते आके मेरी टिकी है, जिसनों आपां धर्म ते राजनीति कहने हां, जिसनों आपां संत ते सिपाही दा गुण कहने हां। हुण ये फलसफा वखरा है। आने वाले दिनां अंदर जदों मेरी ते पीरी दा दिवस आएगा, आपां पूर्ण तौर पर मीरी की पीरी ते विचार करांगे। पर अज संक्षेप अंदर इस तो बाद जिथे सतगुरु जी दो किरपाना पहनते ने ते दो निशान चलाते ने। एक निशान मीरी का है, पीरी का है। पीरी वाला निशान उच्चा है, मीरी वाला उस तो नीवा है। पातशाह कलगी समझते ने, ढाडी 12 गाउंदे ने। कबड्डी, कुश्ती, गतका जिहड़े सिंह ने सिख ने वो आके, नौजवान गभरू ने वो आके सिखते ने, इन्हां गुणां नूं धारण करते हैं। कहण तो भाव कि गुरु अर्जन पातशाह जी ने शहादत ने सिक्खी लहर के अंदर एक नवा रंग भर दिता। हुण इस शहादत ने कमजोर नहीं किया, सिखां दे मनां विच दैर नहीं पाया, डर नहीं पाया। सब इस शहादत ने सिक्खी लहर नूं होर मजबूत कर दिता। एक नवा रंग इस लहर के अंदर भर दिता कि सिख डरन की बजाय कि साडे गुरु साहब जी तत्ती तवी ते बाह के शहीद कर दिता है। एक अंदर डर रखने की बजाय, खौफ रखने की बजाय सगों सिख होर चढ़ती कला हो गए, होर मजबूत हो गए। छेवें पातशाह जी ने हौसले इन्ने बुलंद कर दिते, अंदर इन्नी दृढ़ता भर दी। ढाडियां जोशीली वाला गाउंदे ने। सतगुर सच्चे पातशाह आप शिकार खेडते ने, सिखां नूं नाल लैके जाते ने। हुण ये सारियां चीज़ां अंदर दृढ़ता भर रही हैं, ये सारियां चीज़ां अंदर चढ़ती कला पैदा कर रही हैं। हुण ये समा कुछ इसी तरीके दे नाल बतीत हुंदा है। हुण लाहौर का जो गवर्नर सी मुर्तजा खान, वो सतगुरां दी शहीदी तो बाद, पंजवें पातशाह की शहीदी तो बाद 4 साल जहांगीर उसनूं लाहौर तो गवर्नर हटा के किसी होर जगह का गवर्नर बना दिता है। पर जिहड़ा मुर्तजा खान सी वो बहुत माड़ी बिरती का इंसान सी। उसने ही चुगलियां गुरु अर्जन पातशाह जी दियां समय के बादशाह नूं लाइयां। वड्डा रोल सी गुरु अर्जन पातशाह जी की शहीदी अंदर मुर्तजा खान का, जो सरकारी दूत सी, गवर्नर सी। हुण 4 साल को शहीदी तो बाद किते दूसरी जगह पे उसनूं गवर्नर थाप दिता। पर जो इत्थे गवर्नर होर कोई आया वो नशे इत्यादि करने वाला सी। उसने राज प्रबंध की बहुती संभाल नहीं की, वो अपने आप अंदर मस्त सी। जदों वापस 4 साल तो बाद फिर मुर्तजा खान गवर्नर फिर बनता है लाहौर का, तो की देखता है कि सिखां दे नाल उसका पहला बहुत वैर सी, बड़ी
ਈਰਖਾ ਰੱਖਦਾ ਸੀ, ਨਫ਼ਰਤ ਰੱਖਦਾ ਸੀ। ਫਿਰ ਜਦੋਂ ਉਸਨੇ ਸਰਗਰਮੀਆਂ ਨੂੰ ਦੇਖਿਆ ਕਿ ਕੀ ਗਤੀਵਿਧੀਆਂ ਹੋ ਰਹੀਆਂ ਨੇ, ਕੀ ਮਾਹੌਲ ਹੈ ਹੁਣ ਸਿੱਖੀ ਅੰਦਰ, ਤੇ ਉਹ ਕੀ ਦੇਖਦਾ ਹੈ ਕਿ ਅਸੀਂ ਤੇ ਕਹਿੰਦੇ ਸਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਕੇ ਅਸੀਂ ਇਸ ਸਿੱਖੀ ਲਹਿਰ ਨੂੰ ਖਤਮ ਕਰ ਦਿੱਤਾ, ਇਸ ਦਾ ਲੱਕ ਤੋੜ ਦਿੱਤਾ ਹੈ, ਪਰ ਇਹ ਤੇ ਉਸ ਤੋਂ ਵੀ ਜ਼ਿਆਦਾ ਹੋਰ ਮਜ਼ਬੂਤ ਹੋ ਗਈ ਕਿ ਛੇਵੇਂ ਪਾਤਸ਼ਾਹ ਤਖਤ ਲਾ ਕੇ ਬੈਠਦੇ ਨੇ, ਕਲਗੀ ਲਾਉਂਦੇ ਨੇ, ਨਗਾਰਾ ਵਜਾਉਂਦੇ ਨੇ, ਘੋੜਸਵਾਰੀ ਕਰਦੇ ਨੇ, ਸ਼ਿਕਾਰ ਖੇਡਦੇ ਨੇ, ਢਾਡੀ ਵਾਰਾਂ ਗਾਉਂਦੇ ਨੇ, 2 ਤਲਵਾਰਾਂ ਪਹਿਨੀਆਂ ਨੇ, ਤੇ ਲੋਕ ਇਹਨਾਂ ਨੂੰ ਸੱਚਾ ਪਾਤਸ਼ਾਹ ਆਖਦੇ ਨੇ। ਇਹਨਾਂ ਦੇ ਦਰ ਤੇ ਆ ਕੇ ਆਪਣੇ ਮਸਲੇ ਹੱਲ ਕਰਦੇ ਨੇ। ਪਰ ਇਹ ਸਾਰਾ ਕੁਝ ਦੇਖ ਕੇ ਬੜਾ ਦੁਖੀ ਹੋਇਆ। ਉਸਨੇ ਇਹ ਸਾਰੀਆਂ ਰਿਪੋਰਟਾਂ ਵਧਾ ਚੜਾ ਕੇ ਕਿ ਜਹਾਂਗੀਰ ਤੇਰੀ ਬਾਦਸ਼ਾਹੀ ਨੂੰ ਹੁਣ ਖਤਰਾ ਹੈ, ਜਿਸ ਦੇਸ਼ ਦਾ ਤੂੰ ਬਾਦਸ਼ਾਹ, ਇਸ ਦੇਸ਼ ਅੰਦਰ ਇੱਕ ਬਹੁਤ ਵੱਡੀ ਬਗਾਵਤ ਪੈਦਾ ਹੋਣ ਵਾਲੀ ਹੈ, ਇਸ ਬਗਾਵਤ ਨੂੰ ਰੋਕ। ਉਸਨੇ ਸਾਰੀਆਂ ਗਤੀਵਿਧੀਆਂ ਬਾਦਸ਼ਾਹ ਜਹਾਂਗੀਰ ਨੂੰ ਦੱਸੀਆਂ ਤੇ ਬਾਦਸ਼ਾਹ ਜਹਾਂਗੀਰ ਇੱਕ ਦੋਸਤੀ ਦੇ ਬਹਾਨੇ, ਮੁਲਾਕਾਤ ਦੇ ਬਹਾਨੇ ਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਹੈ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਿੱਖਾਂ ਦੇ ਮਨ ਅੰਦਰ ਬਹੁਤ ਰੋਸ ਸੀ। ਸਮੇਂ ਦੀ ਹਕੂਮਤ ਪ੍ਰਥਾਏ, ਪਰ ਹੁਣ ਚੁੱਪ ਚਪੀਤੇ ਉਸ ਛੇਵੇਂ ਪਾਤਸ਼ਾਹ ਜਿਹਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਹੈ, ਤੇ ਉਸਨੇ ਗੁਰੂ ਘਰ ਦਾ ਸ਼ਰਧਾਲੂ ਵਜ਼ੀਰ ਖਾਂ, ਉਸ ਦੇ ਨਾਲ ਮੁਰਤਜ਼ਾ ਖਾਨ ਦਾ ਸੰਪਰਕ ਹੁੰਦਾ ਹੈ ਕਿ ਤੈਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇੱਕ ਵਾਰੀ ਬਾਦਸ਼ਾਹ ਜਹਾਂਗੀਰ ਉਹ ਮੁਲਾਕਾਤ ਕਰਨਾ ਚਾਹੁੰਦਾ ਹੈ ਛੇਵੇਂ ਪਾਤਸ਼ਾਹ ਜੀ ਦੇ ਨਾਲ, ਤੂੰ ਇੱਕ ਵਾਰੀ ਸਮਾਂ ਬਣਾ ਇਹ ਮੁਲਾਕਾਤ ਦਾ। ਵਜ਼ੀਰ ਖਾਂ ਆ ਕੇ ਸਤਿਗੁਰਾਂ ਨੂੰ ਬੇਨਤੀ ਕਰਦੇ ਕਿ ਇਸ ਤਰ੍ਹਾਂ ਲਾਹੌਰ ਦਾ ਗਵਰਨਰ ਕਹਿ ਰਿਹਾ ਹੈ ਜਹਾਂਗੀਰ ਤੁਹਾਨੂੰ ਮਿਲਣਾ ਚਾਹੁੰਦਾ ਹੈ। ਸਤਿਗੁਰਾਂ ਨੇ ਸਰਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਭਾਈ ਗੁਰਦਾਸ ਜੀ, ਹੋਰ ਜਿਹੜੇ ਮੁਖੀ ਸਿੱਖ ਸਨ, ਉਹਨਾਂ ਦੇ ਨਾਲ ਸਲਾਹ ਕੀਤੀ ਤੇ ਜਹਾਂਗੀਰ ਨੂੰ ਮਿਲਣ ਦਾ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ। ਪਾਤਸ਼ਾਹ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਹੋਇਆ ਦਿੱਲੀ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਮਜਨੂ ਕਾ ਟਿੱਲਾ ਹੈ, ਪਾਤਸ਼ਾਹ ਉੱਥੇ ਗਏ ਨੇ, ਉੱਥੇ ਵਿਸ਼ਰਾਮ ਕੀਤਾ ਹੈ। ਦਿੱਲੀ ਦੀਆਂ ਸਿੱਖ ਸੰਗਤਾਂ ਦੇ ਮਨ ਵਿੱਚ ਦੂਰ ਦਰਾਡੇ ਤੋਂ ਆ ਕੇ ਦਰਸ਼ਨ ਕੀਤੇ। ਹੁਣ ਜਹਾਂਗੀਰ ਦੇ ਨਾਲ ਮਿਲਾਪ ਹੁੰਦਾ ਹੈ, ਉਤੋਂ ਤੋਂ ਦੋਸਤੀ ਦਾ ਪ੍ਰਗਟਾਵਾ ਕਰਦਾ ਹੈ, ਪਰ ਸਤਿਗੁਰਾਂ ਦੀ ਸ਼ਾਨੋ ਸ਼ੌਕਤ ਦੇਖ ਕੇ, ਕਲਗੀ ਦੇਖ ਕੇ ਤੇ ਸਾਰਾ ਕੁਝ ਪ੍ਰਭਾਵ ਦੇਖ ਕੇ ਉਹ ਮਨ ਵਿੱਚ ਬੜੀ ਈਰਖਾ ਤੇ ਨਫ਼ਰਤ ਕਰਦਾ ਹੈ ਕਿ ਸਾਡੀ ਹਕੂਮਤ ਅੰਦਰ ਕਿਸੇ ਨੂੰ ਕਲਗੀ ਲਾਉਣ ਦਾ ਹੁਕਮ ਨਹੀਂ, ਪਰ ਇਹਨਾਂ ਨੇ ਕਲਗੀ ਲਾਈ ਹੈ। ਘੋੜਸਵਾਰ ਨਾਲ ਰੱਖੇ ਨੇ, ਸ਼ਸਤਰ ਹੱਥ ਵਿੱਚ ਫੜੇ ਹੋਏ ਨੇ। ਇਹ ਸਾਰੀਆਂ ਚੀਜ਼ਾਂ ਦੇਖ ਕੇ ਅੰਦਰੋਂ ਨਫ਼ਰਤ ਖਾ ਰਿਹਾ ਹੈ, ਪਰ ਫਿਰ ਵੀ ਉਸਨੇ ਦੋਸਤੀ ਦਾ ਬਹਾਨਾ ਲਾਉਂਦਿਆਂ ਹੋਇਆ ਆਪਣੀ ਨਫ਼ਰਤ ਨੂੰ ਅਮਲੀ ਰੂਪ ਨਹੀਂ ਦਿੱਤਾ। ਉਤੋਂ ਤੋਂ ਉਸਨੇ ਦੋਸਤੀ ਦਾ ਪ੍ਰਗਟਾਵਾ ਕੀਤਾ ਤੇ ਮੁਲਾਕਾਤ ਹੋਈ। ਪਾਤਸ਼ਾਹ ਜੀ ਨੇ ਸਮਝਾਉਣ ਦਾ ਵੀ ਉਸਨੂੰ ਯਤਨ ਕੀਤਾ ਕਿ ਤੂੰ ਰਾਜਾ ਹੈ, ਪਰ ਰਾਜੇ ਦਾ ਗੁਣ ਇਹ ਹੈ ਸਭ ਤੋਂ ਵੱਡਾ ਕਿ ਇਨਸਾਫ ਕਰੇ। ਰਾਜੇ ਚੋਰੀ ਨਿਆਮ ਕੀ, ਕਿ ਰਾਜੇ ਦਾ ਸਭ ਤੋਂ ਵੱਡਾ ਇਹ ਗੁਣ ਹੁੰਦਾ ਹੈ ਕਿ ਭਾਈ ਉਹ ਆਪਣੀ ਪ੍ਰਜਾ ਨਾਲ ਇਨਸਾਫ ਕਰੇ। ਹੁਣ ਕੁਝ ਸਮਾਂ ਦਿੱਲੀ ਦੀ ਧਰਤੀ ਤੇ ਗੁਜ਼ਰਿਆ ਹੈ ਤੇ ਉਸ ਤੋਂ ਅੱਗੇ ਗੁਰੂ ਪਾਤਸ਼ਾਹ ਤੇ ਜਹਾਂਗੀਰ ਆਗਰੇ ਦੀ ਧਰਤੀ ਤੇ ਚਲੇ ਜਾਂਦੇ, ਉੱਥੇ ਵੀ ਸ਼ਿਕਾਰ ਖੇਡਦੇ ਨੇ। ਤੇ ਸਤਿਗੁਰਾਂ ਨੇ ਦਿੱਲੀ ਦੀ ਧਰਤੀ ਤੇ ਜਦੋਂ ਸ਼ਿਕਾਰ ਖੇਡਣ ਗਏ ਨੇ ਤੇ ਜਹਾਂਗੀਰ ਦੇ ਵੱਲ ਇੱਕ ਸ਼ੇਰ ਨੇ ਹਮਲਾ ਕੀਤਾ ਹੈ ਤੇ ਜੰਗਲ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ
जागिर की जान बचाई उत्थे। पर आगरे की धरती तो उसने चुप चपीते पातशाह जी को गिरफ्तार करवा के जिहड़े आगरे का किला है, शाही किला, जिस दे अंदर राजे महाराजियां नूं कैद विच रखिया जाता है, ग्वालियर का किला जिसनूं आपां कहने हां, उत्थे पातशाह जी को कैद करवा दिता है। वो किला ऐसा खतरनाक ग्वालियर का किला है, वो जेल है कि जिसके अंदर राजे महाराजे शाहियां राजियां वास्तु किला सी जांदे ते पैदल सन, पर वापस अपने पैरों ते खड़े नहीं सन हो के आउंदे, बस अंदरों मरियां दी लाशां आउंदियां सन। उन्हां किलियां अंदर ही हौली हौली जहर दे के राजियां नूं खत्म कर दिता जांदा सी। बड़ी बुरी हालत दे विच उत्थे राजियां नूं रखिया जांदा सी। हुण छेवें पातशाह जी का इतिहासकार ने वख-वख समा लिखिया है, पर बहुते इतिहासकारां की जो राय है ना, वो है कि 6 महीने के लगभग पातशाह उस ग्वालियर के किले विच रहे ते इथों संगतां ने मन में बड़ा रोष है, गुस्सा है ते बाबा बुढ़ा जी, भाई गुरदास जी, इन्हां फिर चौंकियां एक रोस मुजारे के वजों इन्हां चौंकियां आरंभ कीतियां ने, पिंडां पिंडां विच, शहरां शहरां विच संगतां नूं जगाया, हरूणा दिता है। पातशाह बारे दसिया कि इस तरह जागिर ने कैद करके, जागिर ने सच्चे पातशाह जी को कैद करके ग्वालियर के किले में बंद किया है सिख संगतां में, और उस है ग्वालियर के किले को पहुंच के नतमस्तक हो के संगतां वापस आउंदियां ने। ते जदों पातशाह अंदर गए ने ते जिहड़े राजे जिहड़े आस छड़ चुके सन अपनी जिंदगी दी कि उन ते मरना ही है बस, जो उत्थे गए उत्थों के माहौल विच वातावरण में तब्दीली आई, सत्संगत होने लगा, रबी सिफ सलाह हुंदी है, गुरु पातशाह विचारा करते हैं, ढहिंदे हुए मनां नूं हौसला देंदे ने, भाई हौसला ना हारो, हिम्मत रखो। इन्ने समय तो बाद इसी तरह समा बतीत हुंदा है, जिहड़ा रोस है सिखां अंदर, संगतां अंदर, गुरु प्यारियां विच वाधा है, ते दूसरे पासे जिहड़ा जागिर है ये भी अपने अखीरले जिंदगी के अखीरले पैंडे ते है कि नशे का इन्ना को सेवा करन लग गया कि नशे विच ही सारा दिन मस्त रहिंदा है, बीमार पै गया जागिर। इसकी घरवाली नूरजा वो साई मियां मीर जी की श्रद्धालु सी, ते साई मियां मीर जी ने पहुंच की कि क्यों तेरा पति हिंदुस्तान का भारत का बादशाह, क्यों इसने पहला भी जुल्म किया, तो बेकसूर छेवें पातशाह जी ने इसने कैद में रखा है, इसनूं आके पाप ना करे। नूरजा जो जागिर दी पत्नी सी, हुण राज प्रबंध भी बहुता नूरजा दे कोल ही है, ते उसने जागिर अपने पति नाल सलाह करके आख्या कि छेवें पातशाह जी नूं रिहा कर दिता जाए, शायद तू ठीक नहीं हो रहा, तेरा रोग दिनों दिन बिगड़ता जा रहा है, कि तू पाप ते नहीं कर रहा, कि पाप कारण तेरी बीमारी दिनों दिन बिगड़ती जा रही। उसने रिहाई करन दा हुक्म दे दिता, पर छेवें पातशाह जी नूं लगा पता कि रिहाई के हुक्म आए ने, पातशाह कहंदे ने मैं कल्ले नहीं जाना। जिहड़े बेकसूर राजे होर 52 वड्डे राजे, इतिहासकार लिखते हैं 51 छोटे राजे, जिहड़े इन्हां राजियां तो बेकसूर इत्थे कैद किया होया है, इन्हां राजियां दी रिहाई के भी तू हुक्म दे। तो उसने आख्या पातशाह जिन्ने तुसी अपने नाल फड़ के ले जा सकते हो लै जाओ, जिन्हें अपने नाल कढ़ सकते हो। हुण सतगुरां ने जुगत वरताई उपदेश दिता कि 52 कलियां वाला जिहड़ा सोड़ा है ना, वो बनवा के भेजिया जाए। तो 16 ग्वालियर के किले में जाता है, पातशाह पहनते हैं, तो 52 जिहड़े राजे सन वड्डे, वो 52 कलियां फड़ के गुरुदेव सच्चे पातशाह
जिहदियां चोले दीयां कलियां फड़ के वो ग्वालियर के किले चों बाहर आउंदे। इस तरह पातशाह उन्होंने मुक्त करते हैं। ऐसे गुर को बल बल जाइए आप मुकत मोहि तारे। पातशाह उन्होंने 52 राजियां नूं नहीं तार दिता। ऐसा सतगुरां ने परोपकार किया, बड़ी वड्डी उन्होंने ते बख्शिश की। दल भंजन गुर सोरमा बट जोधा बहु परोपकारी। इसी तरह ग्वालियर के किले तो बाहर आके ते सतगुरु जी अमृतसर साहिब की धरती पर पहुँचते हैं। फिर सिक्खी प्रचार ते प्रसार में गुरुदेव सच्चे पातशाह जी पूर्ण तौर पर प्रचंड करते हैं। सिक्खी प्रचार गुरबाणी के प्रचार प्रसार वास्ते सतगुरु जी वख-वख थावां ते प्रचारक थापते हैं, प्रचार दौरा करते हैं, गुजरात का, कश्मीर का। इसी तरह वख-वख इलाकों का बड़ा प्रचार दौरियां दे भी अपना एक वखरा इतिहास है कि किन्ना पातशाह जी ने प्रचार थापिया, की माहौल सतगुरां ने सिक्खी का उस समय बनाया, किस तरीके दे नाल सिक्खी प्रचार ते प्रसार की सेवा की, ये अपना एक वखरा विषय है। उस तो बाद समा आउंदा है 4 जंगां दा, जागिर भी मर जाता है ते जिहड़ा बहादुर शाह है, शाहजहान है, वो बनता है हिंदुस्तान का बादशाह, वो तख्त पर बैठता है। वो भी बड़ी कट्टर सोच का मालिक है ते उसकी कट्टर सोच के नाल जिहड़े अगों दे गवर्नर ने जां एहलकार ने उन्होंने मौका मिलिया है होर नफरत कमाउण दा, होर सिक्खी लहर को खत्म करने का। इस दौरान ही किसी ना किसी बहाने समय के जिहड़े शासक ने 4 जंगां गुरु पातशाह जी दे नाल करदे ते सिख इतिहास अंदर ये पहलियां जंगां ने। उस तो बाद पहला कोई जंग नहीं सी हुई। इस जंग अंदर गुरु पातशाह आप कृपान लैके तीग लैके गुरु साहब जी आप जंगां की अगवाई करते हैं, हौसला भरते हैं। सिखां दे अंदर 4 जंगां हुईयां ने। पहली जंग रोहेले दी जिसनों हरगोबिंदपुरा की जंग कहते हैं, दूसरी जंग अमृतसर साहिब की, तीसरी जिहड़ी जंग है हेमराज की, चौथी जंग ये है करतारपुर की जंग जो जलंधर के लागे है। ये साल बाद डेढ़ साल बाद ये 4 जंगां हुईयां ने। पर सतगुरां ने आप किते चढ़ के नहीं गए। जिहड़े समय दे शासक हुकूमत जिहड़ी चढ़ के आ रही सी, गुरुदेव सच्चे पातशाह जी उन्हां दा जवाब दिता ते ऐसे चंगे तरीके दे नाल जवाब दिता जो भाई गुरदास जी आखदे ने, दल भंजन गुर सोरमा बड़ जोधा बहु परोपकारी। ते 4 जंगां गुरुदेव सच्चे पातशाह जी ने जित्तियां ते इन्हां सिखां दा हौसला बुलंद होया। इन्नी सिख कौम के अंदर चढ़ती कला आई जिन्होंने नीवे कहते सन, शूदर कहते सन। ते ओही हुण मैदानी जंग के अंदर सुरमिया वांग जूझते हैं अते जंग की फतेह पाउंदे ने। इस तरीके के नाल 4 जंगां के अंदर भी सफलता प्राप्त होंदी है ते गुरुदेव सच्चे पातशाह फिर होर जिंदगी का कुछ समा सिक्खी प्रचार प्रसार वाले पासे लाउंदिया होया अखीर पातशाह फिर किरतपुर साहिब की धरती ते उत्थे विश्राम करते हैं ते किरतपुर साहिब की धरती ते अपने पुत्रे बाबा गुरदित्ता जी के सपुत्र गुरु हरराय साहिब जी उन्होंने 1644 के अंदर गुरता गद्दी की जिहड़ी बख्शिश है वो दे के 6वें पातशाह आप फिर किरतपुर साहिब की धरती ते ज्योति जो समा जाते हैं। सो अज सतगुरां दा आगमन प्रकाश पुरब है ते आपां जन्म तो लैके पातशाह जी के अखीरले समय तक संखेप इतिहास की विचार करने का यतन किया है। इतिहास की विचार करदियां बेअंत भुलां हो गईयां होणगीयां। अनजान सेवक संत के मुआफ करना सतगुरां दे आगमन प्रकाश गुरपुरब दियां आप समूह संतां नूं बेअंत बधाइयां होण जी। होई भुल चुक दी खिमा अदब सत्कार नाल आपको जी। वाहिगुरु जी का खालसा वाहिगुरु जी की फतेह।